Good morning to all. Today we are going to discuss about non-conventional resources of energy. There is a need for using non-conventional resources such as wind energy, solar energy, biogas, tidal energy, nuclear energy and geothermal energy. Let us start now. First we are discussed about conventional resources. It means परंपरागत स्रोत. Now we are discussed about non-conventional resource. It means गैर परंपरागत स्रोत. Non-conventional resources of energy increase use of fossil fuels leads to shortage. If the present rate of consumption continues, the reserve of these fuels will get exhausted. Their use also causes environment pollution. Therefore, there is need for using non-conventional resources of such as solar energy, wind energy, tidal energy, which are renewable. ਫੋਸਲ ਫਿਊਲ ਦੇ ਵੱਧਦੇ ਹੋਏ ਉਪਯੋਗ ਤੋਂ એનર્ਜੀ ਤੇ ਨਾਨ ਕਨਵੈਨਸ਼ਨਲ ਦੇ ਜਿਹੜੇ ਰਿਸੋਰਸਸ ਵਾ ਉਹਨਾਂ ਦਾ ਉਪਾਅ ਉਤਪੰਨ ਹੋ ਰਿਹਾ ਵਾ. ਹੁਣ ਐਸਟੀਮੇਟ ਲਗਾਇਆ ਜਾ ਰਿਹਾ ਕਿ ਜਿਹੜੇ ਪ੍ਰੈਜ਼ੈਂਟ ਟਾਈਮ ਦੇ ਵਿੱਚ ਫਿਊਲਸ ਨੂੰ ਕੰਜ਼ਪਸ਼ਨ ਕੀਤਾ ਜਾ ਰਿਹਾ ਵਾ, ਇਹਦੀ ਵਰਤੋਂ ਕੀਤੀ ਜਾ ਰਹੀ ਆ. ਅਗਰ ਇਸ ਦੀ ਵਰਤੋਂ ਜ਼ਿਆਦਾ ਰਹੀ ਤਾਂ ਇਹ ਜਿਹੜਾ ਇਸ ਦਾ ਭੰਡਾਰ ਆ ਬਿਲਕੁਲ ਖਤਮ ਹੋ ਜਾਏਗਾ. ਠੀਕ ਆ. ਔਰ ਨੈਕਸਟ ਦੇਅਰ ਯੂਜ਼ ਆਲਸੋ ਕਾਜ਼ਜ਼ ਇਨਵਾਇਰਮੈਂਟਲ ਪੋਲਿਊਸ਼ਨ. ਹੁਣ ਜਿਹੜੇ ਇਹਦੇ ਕਾਜ਼ਜ਼ ਵਾ ਕੀ ਬਣ ਗਏ? ਇਨਵਾਇਰਮੈਂਟ ਪੋਲਿਊਸ਼ਨ. ਅਤੇ ਇੱਥੇ ਜ਼ਰੂਰਤ ਕੀ ਹੈ ਸਾਨੂੰ ਕਿਸ ਚੀਜ਼ ਦੀ ਵਰਤੋਂ ਕਰਨ ਦੀ? ਨਾਨ ਕਨਵੈਨਸ਼ਨਲ ਰਿਸੋਰਸਿਸ ਦੀ, ਲਾਈਕ ਸੋਲਰ ਐਨਰਜੀ, ਵਿੰਡ ਐਨਰਜੀ, ਟਾਈਡਲ ਐਨਰਜੀ, ਵਿਚ ਆਰ ਰੀਨਿਊਏਬਲ. ਜਿਹੜੇ ਬਿਲਕੁਲ ਕੀ ਆ ਕੁਦਰਤੀ ਸਰੋਤ ਅਜਿਹੇ ਆ ਜਿਹੜੇ ਬਿਲਕੁਲ ਰੀਨਿਊਏਬਲ ਵਾ. ਅਸੀਂ ਉਹਨਾਂ ਨੂੰ ਹਰ ਦਿਨ ਨਵੇਂ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ. ਅੱਗੇ ਸੋਲਰ ਐਨਰਜੀ. Solar energy trapped from the sun used in solar cells to produce electricity. ਹੁਣ ਸੂਰਜ ਦੀ ਰੋਸ਼ਨੀ ਅਤੇ ਪ੍ਰਕਾਸ਼ ਜਿਹਨੂੰ ਅਸੀਂ ਪ੍ਰਤੀ ਦਿਨ ਕਿਸੇ ਤਰੀਕੇ ਦੇ ਨਾਲ ਅਨੁਭਵ ਕਰਦੇ ਹਾਂ. ਠੀਕ ਆ. ਇਹ ਇਸਦੇ ਜਿਹੜੇ ਸੈਲਸ ਵਾ ਕੀ ਪ੍ਰੋਡਿਊਸ ਕਰਦੇ ਵਾ? ਇਲੈਕਟ੍ਰੀਸਿਟੀ. Many of these cells are ironed into solar panels to generate power for heating and lighting and purpose. ਇਹਨਾਂ ਵਿੱਚੋਂ ਕਈ ਸੈੱਲਾਂ ਨੂੰ ਸੋਲਰ ਪੈਨਲਾਂ ਤੋਂ ਹੀਟ ਅਤੇ ਲਾਈਟ ਦੇ ਲਈ ਸ਼ਕਤੀ ਉਤਪੰਨ ਕਰਨ ਲਈ ਜੋੜਿਆ ਜਾਂਦਾ ਹੈ. ਨੈਕਸਟ ਵਿੰਡ ਐਨਰਜੀ. ਇਨਐਗਜ਼ੌਸਟੇਬਲ ਸੋਰਸ ਆਫ ਐਨਰਜੀ. ਨਾ ਖਤਮ ਹੋਣ ਵਾਲਾ ਸੋਰਸ. Windmill are used for grinding grain and lifting water. High speed winds rotate the windmill, which is connected to a generator to produce electricity. Windmill ਨੂੰ ਯੂਜ਼ ਕੀਤਾ ਜਾਂਦਾ ਵਾ ਗ੍ਰੇਨ ਨੂੰ ਗ੍ਰਾਈਂਡ ਕਰਨ ਲਈ, ਉਸ ਤੋਂ ਬਾਅਦ ਪਾਣੀ ਨੂੰ ਬਾਹਰ ਕੱਢਣ ਵਾਸਤੇ. ਫਿਰ ਇਸ ਨੂੰ ਕਨੈਕਟ ਕੀਤਾ ਜਾਂਦਾ ਵਾ ਜਨਰੇਟਰ ਦੇ ਨਾਲ, ਜਿਸ ਦਾ ਕੰਮ ਕੀ ਆ? ਲਾਈਟ ਨੂੰ ਪ੍ਰੋਡਿਊਸ ਕਰਨਾ. ਵਿੰਡ ਮਿਲ ਫਾਰਮ ਜਿਹੜੇ ਆ ਕਿੱਥੋਂ ਲੱਭੇ ਗਏ? ਨੈਦਰਲੈਂਡ, ਜਰਮਨੀ, ਡੈਨਮਾਰਕ, UK, USA ਐਂਡ ਸਪੇਨ. ਨੈਕਸਟ ਨਿਊਕਲੀਅਰ ਪਾਵਰ. obtained from energy stored in the nuclei of atoms of naturally occurring radioactive elements like uranium and thorium undergo nuclear fission in nuclear reactors and emit power. ਪਰਮਾਣੂ ਊਰਜਾ ਪ੍ਰਕਿਰਤੀ ਤੋਂ ਪ੍ਰਾਪਤ ਰੇਡੀਐਕਟਿਵ ਪਦਾਰਥ ਹੈ ਜਿਵੇਂ ਕਿ ਯੂਰੇਨੀਅਮ ਅਤੇ ਥੋਰੀਅਮ ਦੇ ਪਰਮਾਣੂ ਕੇਂਦਰ ਦੇ ਵਿੱਚ ਸੰਗ੍ਰਹਿਤ ਊਰਜਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ. ਇਹ ਪਦਾਰਥ ਨਿਊਕਲੀਅਰ ਰਿਐਕਟਰ ਦੇ ਵਿੱਚ ਹੁੰਦਾ ਹੋਇਆ ਵਿਖੰਡਨ ਕਰਦਾ ਵਾ ਜੋ ਮਿਟ ਪਾਵਰ ਨੂੰ ਪ੍ਰੋਡਿਊਸ ਕਰਦਾ ਵਾ. ਗ੍ਰੇਟੈਸਟ ਪ੍ਰੋਡਿਊਸਰ ਆਫ ਨਿਊਕਲੀਅਰ ਪਾਵਰ USA ਐਂਡ ਯੂਰਪ. ਲਾਰਜ ਡਿਪੋਜ਼ਿਟ ਆਫ ਯੂਰੇਨੀਅਮ ਇਨ ਇੰਡੀਆ, ਰਾਜਸਥਾਨ ਐਂਡ ਝਾਰਖੰਡ. Thorium found in large quantities in the Monazhat sands of Kerala. Nuclear power station in India
located in Kalipakam in Tamil Nadu, Tripura in Maharashtra, Rana Pratap Sagar near Kota in Rajasthan, Narora in Uttar Pradesh, and Kanga in Karnataka. Next, geothermal energy. Heat energy obtained from the earth. Temperature in interior of the earth rises steadily with depth. Heat energy may surface itself in form of hot springs. This energy is used to generate power, and in the form of hot springs, it has been used for cooking, heating, and bathing. ਹੀਟ એનર્ਜੀ ਜੋ ਕਿ ਅਰਥ ਤੋਂ ਪ੍ਰਾਪਤ ਕੀਤੀ ਜਾਂਦੀ ਹੈ, ਇਸ ਨੂੰ ਕੀ ਕਿਹਾ ਜਾਂਦਾ ਵਾ? ਜੀਓ ਥਰਮਲ। ਟੈਂਪਰੇਚਰ ਇਨ ਦ ਇੰਟੀਰੀਅਰ ਆਫ ਦ ਅਰਥ ਰਾਈਜ਼ ਸਟੈਡਲੀ। ਹੁਣ ਪ੍ਰਿਥਵੀ ਦੇ ਅੰਦਰ ਗਹਿਰਾਈ ਵਧਣ ਦੇ ਨਾਲ ਨਾਲ ਤਾਪਮਾਨ ਵਿੱਚ ਵੀ ਲਗਾਤਾਰ ਵਾਧਾ ਹੁੰਦਾ ਜਾਂਦਾ ਵਾ। ਕਦੀ ਕਦੀ ਇਹ ਜਿਹੜਾ ਤਾਪਮਾਨ ਵਾ ਇਹ ਹੀਟ ਐਨਰਜੀ ਮੇ ਸਰਫੇਸ ਤਾਪਮਾਨ ਊਰਜਾ ਜੋ ਕਿ ਭੂਮੀ ਦੀ ਸਤਹ ਤੋਂ ਗਰਮ ਝਰਨਿਆਂ ਦੇ ਰੂਪ ਵਿੱਚ ਵੀ ਸਾਨੂੰ ਮਿਲਦੀ ਆ। ਦਿਸ ਐਨਰਜੀ ਯੂਜ਼ਡ ਟੂ ਜਨਰੇਟ ਪਾਵਰ। ਹੁਣ ਜਿਹੜੀ ਇਹ ਐਨਰਜੀ ਹੈ ਇਸ ਨੂੰ ਕਿਸ ਵਾਸਤੇ ਯੂਜ਼ ਕੀਤਾ ਜਾਂਦਾ ਵਾ? ਜਨਰੇਟ ਪਾਵਰ ਵਾਸਤੇ, ਜਿਹੜੀ ਕੀ ਪੈਦਾ ਕਰਦੀ ਹੈ? ਬਿਜਲੀ। ਐਂਡ ਇਨ ਫਾਰਮ ਆਫ ਹੌਟ ਸਪਰਿੰਗਸ ਇਟ ਹੈਜ਼ ਬੀਨ ਯੂਜ਼ਡ। ਹੁਣ ਜਿਹੜੇ ਗਰਮ ਝਰਨੇ ਵਾ ਇਹਨਾਂ ਦੀ ਵਰਤੋਂ ਅਸੀਂ ਕਿਸ ਵਾਸਤੇ ਕਰਦੇ ਹਾਂ? for cooking, heating, and bathing. World's largest geothermal power plants in USA, followed by New Zealand, Iceland, Philippines, and Central America. Geothermal plants in India, located in Manikaran in Himachal Pradesh and Puga Valley in Ladakh. Tidal energy. Energy generated from tides can be harnessed by building dams at narrow openings of the sea. During high tide, energy of the tides is used to turn the turbine installed in the dam to produce electricity. Energy generated from tides can be harnessed. ਹੁਣ ਜਿੱਥੇ ਸੀ ਦੀ ਓਪਨਿੰਗ ਹੁੰਦੀ ਆ, ਹਾਰਨਿਸਟ ਦੁਆਰਾ ਡੈਮਸ ਬਣਾ ਕੇ ਉਸ ਨੂੰ ਨੇਰੋ ਕਰ ਦਿੱਤਾ ਜਾਂਦਾ ਵਾ, ਜਿਸ ਦੌਰਾਨ ਹਾਈ ਟਾਈਡ ਜਿਹੜੇ ਟਰਬਾਈਨ ਡੈਮ ਦੇ ਵਿੱਚ ਇੰਸਟਾਲਡ ਕੀਤੇ ਜਾਂਦੇ ਆ, ਜਿਸ ਦੇ ਦੁਆਰਾ ਇਲੈਕਟ੍ਰੀਸਿਟੀ ਜਿਹੜੀ ਪ੍ਰੋਡਿਊਸ ਕੀਤੀ ਜਾਂਦੀ ਆ, ਇਹ ਟਾਈਡਸ ਟਰਬਾਈਨ ਨੂੰ ਹਾਈ ਐਨਰਜੀ ਪ੍ਰੋਵਾਈਡ ਕਰਦੀਆਂ ਹਨ। ਹਿਊਗ ਟਾਈਡਲ ਮਿਲ ਫਾਰਮਸ ਰਸ਼ੀਆ, ਫਰਾਂਸ ਐਂਡ ਗਲਫ ਆਫ ਕੱਚ ਇਨ ਇੰਡੀਆ। Next, biogas. Organic waste, dead plant and animal material, animal dung and kitchen waste can be converted into a gaseous fuel called biogas. Organic waste is decomposed by bacteria in biogas. Digesters will emit biogas like a mixture of methane and carbon dioxide. Is an excellent fuel for cooking and lighting and produce huge amount of organic manure each year. Harnessing this energy is both difficult as well as costly. Biogas waste material like dead plant, animals material, animal dung, kitchen waste ਤੋਂ ਕਨਵਰਟ ਹੁੰਦੀ ਆ, ਜਿਹੜੀ ਬੈਕਟੀਰੀਆ ਦੁਆਰਾ ਡੀਕੰਪੋਜ਼ਡ ਕੀਤੀ ਜਾਂਦੀ ਆ। ਕਿਸ ਦਾ ਮਿਕਸਚਰ ਹੁੰਦਾ ਵਾ? ਮਿਥੇਨ ਅਤੇ ਕਾਰਬਨ ਡਾਈਆਕਸਾਈਡ ਦਾ, ਜਿਸ ਨੂੰ ਐਕਸੀਲੈਂਟ ਫਿਊਲ ਮੰਨਿਆ ਜਾਂਦਾ। ਕਿਸ ਵਾਸਤੇ ਯੂਜ਼ ਕੀਤਾ ਜਾਂਦਾ ਵਾ?